ਉਹਨਾਂ ਖੇਤਾਂ ਨੂੰ ਅਸੀਂ ਛੱਡਣਾ ਤਾਂ ਬਹੁਤ ਦੂਰ ਦੀ ਗੱਲ ਹੈ, ਉੱਥੇ ਬਗਾਨਾ ਪੈਰ ਕਦੇ ਪੈਣ ਨਹੀਂ ਦਵਾਂਗੇ। ਇਹ ਗੱਲ ਬਿਲਕੁਲ ਕਲੀਅਰ ਹੈ। ਜਿੰਨੇ ਇਧਰਲੇ ਪਾਸੇ ਨੂੰ ਵਧੋਗੇ ਉਹ ਬਿਲਡਿੰਗ ਤਾਂ ਅਸੀਂ ਟਪਾਤੀ, ਮੁਰਥਲ ਢਾਬਿਆਂ ਤੱਕ ਸਾਡਾ ਜਾਮ ਆ, ਹਰਿਆਣਾ ਤਾਂ ਕਵਰ ਕਰ ਲਿਆ। ਜੇ ਆਉਣ ਵਾਲੇ ਦਿਨਾਂ 'ਚ ਸਰਕਾਰ ਨਾ ਮੰਨੀ ਤਾਂ ਮੈਨੂੰ ਲੱਗਦਾ ਇਹ ਪੰਜਾਬ ਤੱਕ ਹੀ ਰੋਡ ਬਲੌਕ ਹੋ ਜਾਊਗਾ। ਇਹ ਸੰਘਰਸ਼ ਦੀ ਜਿੱਤ ਹੈ, ਇਹ ਸੰਘਰਸ਼ ਦੀ ਪ੍ਰਾਪਤੀ ਹੈ। ਕੰਗਣਾ ਦੀ ਵੀ ਆਈਡੀ ਬਲੌਕ ਕਰਤੀ ਪੰਜਾਬੀਆਂ ਦੇ, ਜਿਹੜੀ ਇੱਕ ਹੋਰ ਕੁੜੀ ਬੋਲਦੀ ਸੀ ਪਾਇਲ, ਉਹਦੀ ਵੀ ਆਈਡੀ ਬਲੌਕ ਕਰਤੀ। ਇਹ ਸਾਡੀ ਜਿੱਤ ਹੈ, ਸਾਡੇ ਪੜ੍ਹੇ ਲਿਖੇ ਨੌਜਵਾਨ ਨੇ। ਇੱਕ ਗੱਲ ਧਿਆਨ ਨਾਲ ਸੁਣ ਲਿਓ, ਟਰੈਕਟਰ ਤੋਂ ਲੈ ਕੇ ਟਵਿੱਟਰ ਤੱਕ ਪਹੁੰਚੇ ਆ। ਅੱਜ ਪੜ੍ਹੇ ਲਿਖੇ ਆ, ਅੱਜ ਅਨਪੜ੍ਹ ਨਹੀਂ ਹੈਗੇ, ਚਾਹੇ ਇੱਥੇ ਬੈਠੇ ਆ ਚਾਹੇ ਵਿਦੇਸ਼ਾਂ 'ਚ ਬੈਠੇ ਆ। ਲਾਂਛਣਾ ਲਾਈ ਗਏ ਵੀ ਅਸੀਂ ਇਹ ਅਨਪੜ੍ਹ ਕੌਮ ਨਾਲ ਗੱਲ ਨਹੀਂ ਕਰਾਂਗੇ, ਸਾਨੂੰ ਤਾਂ ਪੜ੍ਹੇ ਲਿਖੇ ਬੰਦੇ ਭੇਜੋ। ਪੜ੍ਹੇ ਲਿਖੇ ਲੋਕ ਵੀ ਨੇ ਜਿਹੜੇ ਉੱਥੇ ਅੰਗਰੇਜ਼ੀ 'ਚ ਗੱਲ ਕਰਨੀ ਹੈ ਤਾਂ ਅੰਗਰੇਜ਼ੀ 'ਚ ਗੱਲ ਕਰਾਂਗੇ, ਪੰਜਾਬੀ 'ਚ ਕਰਨੀ ਹੈ ਤਾਂ ਪੰਜਾਬੀ 'ਚ, ਜੇ ਉਰਦੂ 'ਚ ਕਰਨੀ ਹੈ ਤਾਂ ਉਰਦੂ 'ਚ। ਤੁਹਾਡੇ ਨਾਲੋਂ ਦੋ ਭਾਸ਼ਾਵਾਂ ਸਾਨੂੰ ਵੱਧ ਹੀ ਆਉਂਦੀਆਂ ਹੋਣਗੀਆਂ, ਸਾਨੂੰ ਘੱਟ ਨਹੀਂ ਆਉਂਦੀਆਂ। ਇਹ ਸਾਡੀ ਪ੍ਰਾਪਤੀ ਹੈ। ਦੂਰੋਂ ਨੇੜਿਓਂ, ਪਿੰਡਾਂ ਕਸਬਿਆਂ ਸ਼ਹਿਰਾਂ 'ਚੋਂ ਦਿੱਲੀ ਦੀ ਹਿੱਕ ਤੇ ਪਹੁੰਚੇ ਹੋਏ ਸਾਰੇ ਮੇਰੇ ਕਿਸਾਨ ਭਰਾ, ਇੱਕ ਨਾਰੇ ਨਾਲ ਆਪਾਂ ਪਹਿਲਾਂ ਆਵਾਜ਼ ਬੁਲੰਦ ਕਰੀਏ, ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਨੌਜਵਾਨ ਏਕਤਾ, ਨੌਜਵਾਨ ਏਕਤਾ। ਸੋ ਇੱਕ ਐਸਾ ਸੁਮੇਲ ਬਣਿਆ, ਅੱਜ ਤੱਕ ਬੜੇ ਸੰਘਰਸ਼ ਹੋਏ, ਬੜਿਆ ਸੰਘਰਸ਼ਾਂ ਬਾਰੇ ਪੜ੍ਹਨ ਦਾ ਵੀ ਮੌਕਾ ਮਿਲਿਆ, ਪਰ ਇੱਕ ਇਤਿਹਾਸ ਜਿਹੜਾ ਸਿਰਜਿਆ ਜਾ ਰਿਹਾ ਇਸ ਪੰਡਾਲ ਤੋਂ, ਜਿਹੜਾ ਉਹ ਤੰਬੂ ਲੱਗਿਆ, ਇਹਦੋਂ ਪਿਛਲੇ ਪਾਸੇ ਜਦੋਂ ਤੁਸੀਂ ਜਾਓਗੇ, ਤੁਸੀਂ ਆਏ ਹੋ ਤਾਂ ਇੱਕ ਐਸੀ ਇੱਕ ਪਰੰਪਰਾ ਸ਼ਕਤੀ ਮਹਾਰਾਜ ਦੀ ਵਿਚਰ ਰਹੀ ਹੈ। ਗੁਰੂ ਨਾਨਕ ਸਾਹਿਬ ਆਪ ਇੱਥੇ ਪ੍ਰਤੱਖ ਪਹੁੰਚੇ ਹੋਏ ਨੇ। ਪ੍ਰੋਟੀਨ ਬੇਪਰੋਟੀਨ ਉਹਨਾਂ ਦਾ ਵੀ ਲੰਗਰ ਚੱਲ ਰਿਹਾ। ਕੱਲ ਜਿਹੜੇ ਜਿਮ ਵਾਲੇ ਵੀਰ ਨੇ ਕੋਟੀਆਂ ਪਈਆਂ ਨੇ, ਕਿਤੇ ਬਦਾਮਾਂ ਦਾ ਲੰਗਰ। ਮੈਂ ਇੰਟਰਵਿਊ ਕਰੀ ਜਾਂਦਾ ਸੀ, ਬਾਈ ਆ ਕੇ ਮੇਰੀ ਝੋਲੀ 'ਚ ਪਾ ਗਿਆ। ਇਦੋਂ ਉੱਤੇ ਵੱਡੀ ਪ੍ਰਾਪਤੀ ਇਸ ਸੰਘਰਸ਼ ਦੀ ਮੈਨੂੰ ਨਹੀਂ ਲੱਗਦਾ ਕੋਈ ਹੋ ਸਕਦਾ। ਉਧਰ ਪਰਲੇ ਬਾਰਡਰ ਤੇ ਜਾਣ ਦਾ ਮੌਕਾ ਮਿਲਿਆ ਪਰਸੋਂ, ਉੱਥੇ ਵੀ ਯੂਪੀ ਤੋਂ, ਉੱਤਰਾਖੰਡ ਤੋਂ ਸਾਡੇ ਵੀਰ ਆਏ ਨੇ। ਉੱਥੇ ਵੀ ਲਗਾਤਾਰ ਅਸੀਂ ਡਿਊਟੀਆਂ, ਜਥੇਬੰਦੀਆਂ ਨੇ ਸਾਨੂੰ ਹੁਕਮ ਕੀਤਾ ਕਿ ਉਧਰ ਵੀ ਜਾ ਕੇ ਤੁਸੀਂ ਆਪਣਾ ਫਰਜ਼ ਨਿਭਾਉਣਾ ਹੈ, ਕਿਉਂਕਿ ਇਹ ਜਿਹੜੀ ਚੰਗਿਆੜੀ ਹੈ ਇਹ ਪੰਜਾਬ 'ਚੋਂ ਲੱਗੀ ਹੈ ਤੇ ਭਾਂਬੜ ਇਹ ਪੂਰੇ ਭਾਰਤ 'ਚ ਮੱਚ ਰਿਹਾ ਹੈ। ਸਾਡਾ ਹਰਿਆਣਾ ਭਰਾ ਬਣ ਕੇ ਉਹਨੇ ਫਰਜ਼ ਨਿਭਾਇਆ। ਜਿੱਦਣ ਅਸੀਂ 26 ਤਰੀਕ ਨੂੰ ਚੱਲੇ ਆ, ਹੱਥਾਂ ਨਾਲ ਉਹਨੇ ਬੈਰੀਗੇਡ ਧੱਕ ਕੇ ਪਰੇ ਕੀਤੇ ਨੇ। ਟੋਏ ਜਿਹੜੇ 15-15 ਫੁੱਟ ਦੇ ਸੜਕਾਂ ਤੇ ਪਾਏ ਹੋਏ ਸੀ ਉਹ ਭਰੇ ਨੇ। ਇਦੋਂ ਵੱਡਾ ਏਕੇ ਦਾ ਸੁਮੇਲ ਕਿਤੇ ਹੋਰ ਦੇਖਣ ਨੂੰ ਨਹੀਂ ਮਿਲਿਆ ਜਾ ਸਕਦਾ। ਜਿੰਨੀਆਂ ਕੇਸਰੀ ਪੱਗਾਂ, ਹਰੀਆਂ ਪੱਗਾਂ, ਕਿ ਪੰਜਾਬੀਆਂ ਦਾ ਰੁਤਬਾ, ਚਾਹੇ ਉਹ ਅੱਜ ਦਿੱਲੀ ਦੀ ਹਿੱਕ ਤੇ ਬੈਠੇ ਆ, ਚਾਹੇ ਉਹ ਅਮਰੀਕਾ ਦਾ ਡਾਊਨਟਾਊਨ ਹੋਵੇ, ਚਾਹੇ ਉਹ ਕੈਨੇਡਾ ਦਾ ਡਾਊਨਟਾਊਨ ਹੋਵੇ, ਕਿਸੇ ਵੀ ਵੀਰ ਨੇ ਸਿਰ ਤੇ ਪੱਗ ਬੰਨੀ ਹੈ ਤਾਂ ਉਹਨੂੰ ਦੂਰੋਂ ਦੇਖ ਕੇ ਪਛਾਣ 'ਚ ਆ ਜਾਂਦਾ ਕਿ ਬੰਦਾ ਪੰਜਾਬ ਤੋਂ ਬਿਲੋਂਗ ਕਰਦਾ। ਕਿਸੇ ਮੁਟਿਆਰ ਨੇ, ਸਾਡੀ ਭੈਣ ਨੇ ਸਿਰ ਤੇ ਦੁਪੱਟਾ ਲਿਆ, ਉਹਨੂੰ ਦੂਰੋਂ ਦੇਖ ਕੇ ਪਤਾ ਲੱਗ ਜਾਂਦਾ ਕਿ ਪੰਜਾਬ ਤੋਂ ਬਿਲੋਂਗ ਕਰਦੀ ਹੈ। ਇਹ ਸਾਡਾ ਸੱਭਿਆਚਾਰ ਹੈ। ਸੱਭਿਆਚਾਰ ਇਕੱਲੇ ਗੀਤਾਂ 'ਚ ਨਹੀਂ ਹੁੰਦਾ। ਇਸੇ ਸੱਭਿਆਚਾਰ ਦੀ, ਇਸੇ ਹੋਂਦ ਦੀ ਅਸੀਂ ਲੜਾਈ ਲੜ ਰਹੇ ਹਾਂ, ਕਿਉਂਕਿ ਖੇਤਾਂ ਨਾਲ ਇੱਕ ਸਾਡਾ ਵੱਡਾ ਇਤਿਹਾਸ ਜੁੜਿਆ ਹੋਇਆ, ਜਿੱਥੇ ਅਸੀਂ ਆਪਣਾ ਬਚਪਨ ਬਤੀਤ ਕੀਤਾ, ਜਿਨ੍ਹਾਂ ਮੋਟਰਾਂ ਤੇ, ਜਿਨ੍ਹਾਂ ਜਾਮਣਾਂ ਤੇ, ਜਿੱਥੇ ਅਸੀਂ ਆਪਦੇ ਬਜ਼ੁਰਗਾਂ ਦੀ ਰੋਟੀ ਲੈ ਕੇ ਜਾਂਦੇ ਰਹੇ ਹਾਂ। ਬਲਦਾਂ ਨਾਲ ਖੇਤੀ ਕਰਕੇ ਉਹਨਾਂ ਖੇਤਾਂ ਨੂੰ ਸਾਡੇ ਬਜ਼ੁਰਗਾਂ ਨੇ ਉਪਜਾਊ ਕੀਤਾ। ਉਹ ਸੁਹਾਗੇ ਤੇ ਬਹਿ ਕੇ ਝੂਟੇ ਲਏ ਨੇ ਮੇਰੇ ਬਜ਼ੁਰਗ, ਇੱਥੇ ਬੈਠੇ ਨੇ, ਸਭ ਨੇ ਉਹ ਦੌਰ ਹੰਢਾਇਆ, ਅਸੀਂ ਵੀ ਹੰਢਾਇਆ। ਸੋ ਉਹਨਾਂ ਖੇਤਾਂ ਨੂੰ ਅਸੀਂ ਛੱਡਣਾ ਤਾਂ ਬਹੁਤ ਦੂਰ ਦੀ ਗੱਲ ਹੈ, ਉੱਥੇ ਬਗਾਨਾ ਪੈਰ ਕਦੇ ਪੈਣ ਨਹੀਂ ਦਵਾਂਗੇ। ਇਹ ਗੱਲ ਬਿਲਕੁਲ ਕਲੀਅਰ ਹੈ। ਜੇ ਸਾਡੀਆਂ ਮਾਤਾਵਾਂ 90-90 ਸਾਲ ਦੀ ਉਮਰ 'ਚ ਆ ਕੇ ਵੀ ਇੱਥੇ ਬੈਠ ਸਕਦੀਆਂ ਨੇ, ਇਹਨਾਂ ਧਰਨਿਆਂ ਅੰਦੋਲਨਾਂ 'ਚ ਆ ਕੇ ਬੈਠ ਸਕਦੀਆਂ ਨੇ, 14-14 ਸਾਲ ਦੇ ਜਵਾਕ ਸਾਡੇ ਭਰਾ ਬੈਠੇ ਨੇ, ਤਾਂ ਸਰਕਾਰ ਇਹ ਗੱਲ ਭੁੱਲ ਜਾਵੇ ਵੀ ਅਸੀਂ ਇੱਥੋਂ ਐਂ ਉੱਠ ਕੇ ਚਲੇ ਜਾਵਾਂਗੇ। ਵੀ ਚਾਹੇ 9 ਪੁਆਇੰਟ ਮੰਨ ਲਏ, ਅਮਿਤ ਸ਼ਾਹ ਦਾ ਬਿਆਨ ਸੀ ਵੀ ਹੁਣ ਰਹਿ ਕੀ ਗਿਆ ਜੀ, ਇਹ ਤਾਂ ਖਾਲੀ ਡੱਬਾ ਹੀ ਹੈ। ਫਿਰ ਖਾਲੀ ਡੱਬਾ ਹੈ, ਤੁਸੀਂ ਉਹਨੂੰ ਉਸ ਖਾਲੀ ਡੱਬੇ ਤੋਂ ਕੀ ਕਰਵਾਉਣਾ? ਤੁਸੀਂ ਵੀ ਬਿਨਾਂ ਗੱਲ ਤੋਂ ਸਾਡੇ ਨਾਲ ਅੜੇ ਹੋਏ ਹੋ ਵੀ ਕੋਈ ਨਾ ਜੀ 9 ਪੁਆਇੰਟ ਮੰਨ ਲਏ, ਤੁਹਾਡੇ 10 ਮੰਨ ਲਏ। ਜਦੋਂ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ, ਜਿਹੜੇ ਬਿੱਲ ਨੇ ਉਹ ਲੋਕਾਂ ਲਈ ਬਣਾਏ ਗਏ ਨੇ, ਤਾਂ ਫਿਰ ਖਾਲੀ ਡੱਬਾ ਰੱਖ ਕੇ ਤੁਸੀਂ ਕੀ ਕਰਨਾ? ਸਿੱਧੇ ਤੌਰ ਤੇ ਤਸਵੀਰ ਕੱਲ ਦੀ ਵਾਇਰਲ ਹੋ ਰਹੀ ਹੈ ਵੀ ਜਿਹੜੀ ਸਾਡੀ ਸਰਕਾਰ ਹੈ, ਮੋਦੀ ਗੌਰਮੈਂਟ ਹੈ, ਉਹ ਸਿਰਫ ਕਾਰਪੋਰੇਟ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ। ਪੰਜਾਬੀ 'ਚ ਇੱਕ ਕਹਾਵਤ ਹੈ ਕਿ ਕੁੰਡੀਆਂ ਦੇ ਸਿੰਘ ਫਸ ਗਏ, ਕਿਹੜੀ ਨਿੱਤਰੂ ਬੜੇਵੇਂ ਖਾਣੀ। ਹੁਣ ਗੱਲ ਉੱਥੇ ਅੜੀ ਹੋਈ ਹੈ। ਉਹਨਾਂ ਨੇ ਜ਼ੋਰ ਲਾ ਕੇ ਦੇਖ ਲਿਆ, ਪਿੱਛੋਂ ਅਬਾਨੀ ਅਡਾਨੀ ਪ੍ਰੈਸ਼ਰ ਪਾਉਂਦੇ ਨੇ ਵੀ ਕੋਈ ਨਹੀਂ, ਇੱਕ ਝੱਟ ਹੋਰ ਦੇਖ ਲਓ ਜੇ ਮੰਨਦੇ ਨੇ। ਕਦੇ ਇੱਧਰ ਡਰਾਬਾ ਜਿਹਾ ਦੇ ਦਿੰਦੇ ਨੇ, ਕਦੇ ਸਾਡੇ ਫੋਰਸ ਵਧਾ ਦਿੰਦੇ ਨੇ, ਇੱਧਰਲੇ ਪਾਸੇ 2-3 ਰੈਜੀਮੈਂਟਾਂ ਹੋਰ ਵਧਾ ਦਿੰਦੇ ਨੇ। ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜਿੰਨੇ ਬੰਦੇ ਤੁਸੀਂ ਇੱਧਰਲੇ ਪਾਸੇ ਟਰੱਕ ਵਧਾਉਨੇ ਹੋ, ਉਨੀਆਂ ਹੀ ਟਰਾਲੀਆਂ, ਅੱਜ ਮੈਂ ਸਵੇਰੇ ਆਇਆ 162 ਟਰਾਲੀਆਂ ਮੈਂ ਆਪਦੀਆਂ ਉਂਗਲੀਆਂ ਤੇ ਗਿਣੀਆਂ ਨੇ ਜਿਹੜੀਆਂ ਦਿੱਲੀ ਨੂੰ ਆਈ ਜਾਂਦੀਆਂ ਸੀ।
600-700 ਟਰਾਲੀ ਕੱਲ ਪਰਸੋਂ ਆਈ ਹੈ। ਜਿੰਨੇ ਇਧਰਲੇ ਪਾਸੇ ਨੂੰ ਵਧੋਗੇ ਉਹ ਬਿਲਡਿੰਗ ਤਾਂ ਅਸੀਂ ਟਪਾਤੀ, ਮੁਰਥਲ ਢਾਬਿਆਂ ਤੱਕ ਸਾਡਾ ਜਾਮ ਆ, ਹਰਿਆਣਾ ਤਾਂ ਕਵਰ ਕਰ ਲਿਆ। ਜੇ ਆਉਣ ਵਾਲੇ ਦਿਨਾਂ 'ਚ ਸਰਕਾਰ ਨਾ ਮੰਨੀ ਤਾਂ ਮੈਨੂੰ ਲੱਗਦਾ ਇਹ ਪੰਜਾਬ ਤੱਕ ਹੀ ਰੋਡ ਬਲੌਕ ਹੋ ਜਾਊਗਾ। ਇਹ ਸੰਘਰਸ਼ ਦੀ ਜਿੱਤ ਹੈ, ਇਹ ਸੰਘਰਸ਼ ਦੀ ਪ੍ਰਾਪਤੀ ਹੈ। ਸੋ ਸਾਡੇ ਨੌਜਵਾਨ ਵੀਰਾਂ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਕਿਉਂਕਿ ਇਹ ਇੱਕ ਬੜਾ ਸੋਹਣਾ ਸੁਮੇਲ ਬਣਿਆ। ਡੱਲੇਵਾਲ ਸਾਹਿਬ ਸਾਡੇ ਪ੍ਰਧਾਨ ਸਾਹਿਬ, ਉਹਨਾਂ ਨੇ ਕਿਹਾ ਪਹਿਲਾਂ ਤਾਂ ਇਹੀ ਲਾਂਛਨਾ ਲਾਈ ਗਈ ਵੀ ਅਸੀਂ ਇਹ ਅਨਪੜ੍ਹ ਕੌਮ ਨਾਲ ਗੱਲ ਨਹੀਂ ਕਰਾਂਗੇ, ਸਾਨੂੰ ਤਾਂ ਪੜ੍ਹੇ ਲਿਖੇ ਬੰਦੇ ਭੇਜੋ। ਹਰਮੀਤ ਕਾਦੀਆਂ ਸਾਡਾ ਵੀਰ ਵੱਡਾ ਭਰਾ, ਪੜ੍ਹੇ ਲਿਖੇ ਲੋਕ ਵੀ ਨੇ ਜਿਹੜੇ ਉੱਥੇ ਅੰਗਰੇਜ਼ੀ 'ਚ ਗੱਲ ਕਰਨੀ ਹੈ ਤਾਂ ਅੰਗਰੇਜ਼ੀ 'ਚ ਗੱਲ ਕਰਾਂਗੇ, ਪੰਜਾਬੀ 'ਚ ਕਰਨੀ ਹੈ ਤਾਂ ਪੰਜਾਬੀ 'ਚ, ਜੇ ਉਰਦੂ 'ਚ ਕਰਨੀ ਹੈ ਤਾਂ ਉਰਦੂ 'ਚ। ਤੁਹਾਡੇ ਨਾਲੋਂ ਦੋ ਭਾਸ਼ਾਵਾਂ ਸਾਨੂੰ ਵੱਧ ਹੀ ਆਉਂਦੀਆਂ ਹੋਣਗੀਆਂ, ਸਾਨੂੰ ਘੱਟ ਨਹੀਂ ਆਉਂਦੀਆਂ, ਇਹ ਸਾਡੀ ਪ੍ਰਾਪਤੀ ਹੈ। ਅੱਜ ਤੱਕ ਜਿਨ੍ਹਾਂ ਨੂੰ ਤੁਸੀਂ ਇਹੀ ਕਹਿ ਕੇ ਇਗਨੋਰ ਕੀਤਾ ਵੀ ਕੋਈ ਨਹੀਂ ਇਹਨਾਂ ਨੂੰ ਤਾਂ ਦੱਬ ਲਓ, ਇਹ ਭੁਲੇਖਾ ਹੈ। ਗਵਰਨਮੈਂਟ ਨੇ ਕੰਟਰੈਕਟ ਕਰ ਲਿਆ ਕਾਰਪੋਰੇਟ ਨਾਲ, ਕੋਈ ਨਹੀਂ। ਜਦੋਂ ਮੈਂ ਪਿਛਲੀ ਪੰਜਾਬ 'ਚ ਵੀ ਕਿਹਾ ਸੀ ਵੀ ਜਦੋਂ ਸਰਕਾਰਾਂ ਬਣਦੀਆਂ ਨੇ ਤਾਂ ਉਹਨਾਂ ਨੂੰ ਇਹ ਗੱਲ ਕਹਿ ਦਿੰਦੇ ਨੇ ਵੀ ਤੁਹਾਨੂੰ ਪੰਜਾਬ ਦੇ ਦੇਾਂਗੇ, ਤੁਹਾਨੂੰ ਹਰਿਆਣਾ ਦੇ ਦੇਾਂਗੇ, ਪਰ ਜਿਹੜੀ ਇਹ ਗੱਲ ਕਹਿਤੀ ਨਾ ਵੀ ਤੁਹਾਨੂੰ ਪੰਜਾਬ ਦੇ ਦੇਾਂਗੇ, ਇਹ ਕੋਈ ਖਾਲਾ ਜੀ ਦਾ ਬਾੜਾ ਨਹੀਂ ਵੀ ਤੁਹਾਨੂੰ ਪੰਜਾਬ ਦੇ ਦੇਾਂਗੇ। ਬਗਾਨਾ ਪੈਰ ਅਸੀਂ ਨਾ ਪੰਜਾਬ 'ਚ ਅੱਜ ਤੱਕ ਕਦੇ ਪੈਣ ਦਿੱਤਾ ਤੇ ਨਾ ਆਉਣ ਵਾਲੇ ਸਮੇਂ 'ਚ ਪੈਣ ਦਵਾਂਗੇ। ਇਹ ਵੀਰ ਇੱਥੇ ਕੁਰਬਾਨੀਆਂ ਦੇਣ ਹੀ ਆਏ ਨੇ, ਪਰ ਅਸੀਂ ਪੰਜਾਬ 'ਚ ਵੀ ਬੇਨਤੀਆਂ ਹੀ ਕਰਦੇ ਸੀ ਵੀ ਅਸੀਂ ਬੇਨਤੀ ਕਰਦੇ ਆਂ, ਅਪੀਲ ਕਰਦੇ ਆਂ, ਅਸੀਂ ਕਰਕੇ ਖਾਂਦੇ ਆਂ। ਸਾਡੇ ਵੀਰ ਭਰਾ ਬਾਹਰਲੇ ਮੁਲਕਾਂ 'ਚ ਬੈਠੇ ਨੇ, ਅਸੀਂ ਸਰਕਾਰ ਦੇ ਹੱਥਾਂ ਵੱਲ ਨਾ ਦੇਖਿਆ ਅੱਜ ਤੇ ਨਾ ਦੇਖਿਆ ਕੱਲ, ਸਾਨੂੰ ਕਰਕੇ ਖਾ ਲੈਣ ਦਿਓ, ਸਾਨੂੰ ਇਹ ਤੁਹਾਡੇ ਬਿੱਲ ਨਹੀਂ ਚਾਹੀਦੇ। ਪਰ ਸਾਨੂੰ ਬੈਠਿਆਂ ਨੂੰ ਵੀ ਫਿਰ ਛੇੜਦੇ ਨੇ, ਤਾਂ ਕਰਕੇ ਇਹ ਸੰਘਰਸ਼, ਇਹ ਮੋਰਚੇ ਲਾਉਣੇ ਪਏ, ਲੋਕ ਲਹਿਰ ਲਾਉਣੀ ਪਈ। ਇਹ ਲੋਕਾਂ ਦੀ ਲਹਿਰ ਹੈ, ਇੱਥੇ ਫੈਸਲਾ ਸੰਗਤ ਨੇ ਕਰਨਾ, ਨਾ ਕਿਸੇ ਸਰਕਾਰ ਨੇ ਕਰਨਾ, ਕਿਉਂਕਿ ਸਰਕਾਰ ਵੀ ਲੋਕਾਂ ਦੀ ਬਣਾਈ ਹੋਈ ਹੈ। ਸੋ ਤਾਂ ਕਰਕੇ ਜਿੰਨੀ ਛੇਤੀ ਸਰਕਾਰ ਸਾਡੀਆਂ ਮੰਗਾਂ ਮੰਨਦੀ ਹੈ ਉਨੀ ਛੇਤੀ ਅਸੀਂ ਇਹ ਆਪਦਾ ਜਿਹੜਾ ਲਹਿਰ ਹੈ ਇਹਨੂੰ, ਇਹ ਧਰਨਾ ਸਮਾਪਤ ਕਰਕੇ ਪੰਜਾਬ 'ਚ ਜਾਈਏ, ਕਿਉਂਕਿ ਸਾਡੀਆਂ ਵੀ ਪਿੱਛੇ ਫਸਲਾਂ ਨੇ, ਸਾਡੇ ਵੀ ਪਿੱਛੇ ਪਰਿਵਾਰ ਨੇ। ਵੱਡੀ ਗੱਲ ਇਹ ਹੈ ਕਿ 11 ਬੰਦੇ ਸਾਡੇ ਸ਼ਹੀਦ ਹੋਏ ਨੇ, ਅਸੀਂ ਤਾਂ ਉਹਨਾਂ ਨੂੰ ਸ਼ਹੀਦ ਕਹਾਂਗੇ, ਪਰ ਕੇਂਦਰ ਸਰਕਾਰ ਤੇ ਸਿੱਧਾ ਇਲਜ਼ਾਮ ਜਾਂਦਾ ਕਿ ਪਲੈਨਡ ਮਰਡਰ ਨੇ ਜਿਹੜੇ ਉਹਨਾਂ ਦੀ ਮੌਤ ਦੇ ਜ਼ਿੰਮੇਵਾਰ ਨੇ। ਇੱਥੇ ਠੰਡ 'ਚ ਉਹਨਾਂ ਵੀਰਾਂ ਦੀ ਮੌਤ ਹੋਈ ਹੈ, ਉਹਨਾਂ ਦਾ ਵੀ ਕੋਈ ਪੁਖਤਾ ਹਿਸਾਬ ਕਿਤਾਬ ਮੰਗਾਂਗੇ। ਦੂਜੀ ਗੱਲ, ਨੌਜਵਾਨੀ ਨੂੰ ਮੈਂ ਖਾਸ ਕਰਕੇ ਬੇਨਤੀ ਕਰਨਾ ਚਾਹੁੰਦਾ, ਮੈਨੂੰ ਵੀਰਾਂ ਨੇ ਹੁਕਮ ਕੀਤਾ ਕਿ ਜਿਹੜਾ ਇੱਥੇ ਜੀ ਮੀਡੀਆ ਆਉਂਦਾ, ਇੱਕ ਮੇਰੀ ਗੱਲ ਧਿਆਨ ਨਾਲ ਸੁਣ ਲਿਓ, ਅੱਜ ਤੱਕ ਆਉਂਦਾ ਜੀ ਮੀਡੀਆ ਆਉਂਦਾ, ਤੁਸੀਂ ਉਹਦਾ ਬਾਈਕਾਟ ਨਾ ਕਰੋ, ਤੁਸੀਂ ਉਹਨੂੰ ਆਉਣ ਦਿਓ। ਇੱਥੇ ਇੱਕ ਵਾਰੀ ਉਹਨੂੰ ਬੜਾ ਕੇ ਇੱਥੇ ਦਿਖਾਓ ਵੀ ਇੱਥੇ ਕਿਵੇਂ ਲੰਗਰ ਚੱਲਦੇ ਆ। ਇੱਥੇ ਬਦਾਮਾਂ ਦਾ ਲੰਗਰ ਚੱਲਦਾ। ਜਦੋਂ ਤਸਵੀਰ ਦੁਨੀਆ ਦੇ ਸਾਹਮਣੇ ਜਾਊਗੀ ਤਾਂ ਦੁਨੀਆ ਦੇ ਸਾਹਮਣੇ ਇੱਕ ਪੰਜਾਬੀਆਂ ਦਾ, ਇੱਕ ਕਿਸਾਨਾਂ ਦਾ ਇੱਕ ਹੋਰ ਰੁਤਬਾ ਜਾਊਗਾ ਵੀ ਜਿਹੜਾ ਕੋਈ ਸੋਚ ਨਹੀਂ ਸਕਦੇ। ਉਹਨਾਂ ਨੂੰ ਆਉਣ ਦਿਓ ਤੇ ਉਹਨਾਂ ਨੂੰ ਦਿਖਾਓ ਇੱਥੇ ਕਿਵੇਂ ਬਦਾਮਾਂ ਦੇ ਲੰਗਰ ਚੱਲਦੇ ਨੇ, ਛੋਲੇ ਪੂਰੀਆਂ ਦੇ ਲੰਗਰ ਚੱਲਦੇ ਨੇ, ਖੀਰ ਦੇ, ਕੌਫੀਆਂ ਦੇ, ਦੁੱਧ ਦੇ, ਚਾਰੋਂ ਪਾਸੇ ਲੰਗਰ ਚੱਲਦੇ ਨੇ, ਕੋਈ ਕਮੀ ਪੇਸ਼ੀ ਹੈ ਨਹੀਂ। ਤੁਸੀਂ ਉਹਨਾਂ ਨੂੰ ਦਿਖਾਓ। ਪਰ ਜੇ ਉਹ ਤੁਹਾਡੇ ਮੂੰਹ ਚੋਂ ਕੋਈ ਗੱਲ ਕਢਾਉਣਾ ਚਾਹੁੰਦੇ ਨੇ ਵੀ ਤੁਸੀਂ ਇੱਥੇ ਜੀ ਵੱਖਰੇ ਸੂਬੇ ਦੀ ਮੰਗ ਕਰਨ ਆਏ ਹੋ, ਤਾਂ ਤੁਸੀਂ ਉਹਦਾ ਪ੍ਰੋਪਰ ਤੌਰ ਤੇ ਬਾਈਕਾਟ ਕਰੋ। ਤੁਸੀਂ ਜੇ ਅੱਜ ਗੱਲ ਕਰਨੀ ਹੈ ਤਾਂ ਸਿਰਫ ਕਿਸਾਨੀ ਦੀ ਗੱਲ ਕਰਨੀ ਹੈ, ਬਸ ਇਹ 3 ਬਿੱਲ ਰੱਦ ਕਰਾਉਣ ਆਏ ਆ। ਸਾਡਾ ਇਦੋਂ ਉੱਤੇ ਨਾ ਕੋਈ ਮਕਸਦ ਹੈ। ਜੋ ਮਸਲੇ ਨੇ ਸਾਡੇ ਪੰਜਾਬ 'ਚ ਨੇ ਉਹਨਾਂ ਨੂੰ ਪੰਜਾਬ 'ਚ ਜਾ ਕੇ ਦੇਖਾਂਗੇ। ਅੱਜ ਸਾਡਾ ਮਕਸਦ ਸਿਰਫ ਇਹਨਾਂ ਬਿੱਲਾਂ ਨੂੰ ਰੱਦ ਕਰਾਉਣਾ ਹੈ। ਉਹ ਬਿੱਲ ਰੱਦ ਕਰਾ ਕੇ ਜਾਣੇ ਨੇ। ਨੈਸ਼ਨਲ ਮੀਡੀਆ ਆਵੇ ਤਾਂ ਇੱਥੋਂ ਬੇਸ਼ਰਮ ਹੋ ਕੇ ਜਾਵੇ। ਕੋਈ ਐਸੀ ਵੈਸੀ ਗੱਲ ਨਹੀਂ ਕਰਨੀ ਵੀ ਸਾਨੂੰ ਸਾਡਾ ਸੂਬਾ ਚਾਹੀਦਾ ਜਾਂ ਸਾਨੂੰ ਸਾਡਾ ਖਾਲਿਸਤਾਨ, ਜਿਵੇਂ ਉਹ ਪ੍ਰਮੋਟ ਕਰੀ ਜਾਂਦੇ ਨੇ ਵੀ ਇਹ ਤਾਂ ਜੀ ਵੱਖਵਾਦੀ ਨੇ। ਬੜੀਆਂ ਕੋਸ਼ਿਸ਼ਾਂ ਕੀਤੀਆਂ ਪਿਛਲੇ ਦਿਨਾਂ 'ਚ, ਬਾਲੀਵੁੱਡ ਵਾਲੀਆਂ ਹੀਰੋਇਨਾਂ ਤੋਂ ਵੀ ਬੁਲਵਾਇਆ। ਉਹਨਾਂ ਨੂੰ ਲੱਗਦਾ ਸੀ ਵੀ ਇਹ ਜਿਹੜੇ ਪੰਜਾਬੀ ਨੇ ਟਵਿੱਟਰ ਤੇ ਹੋ ਹੀ ਨਹੀਂ ਸਕਦੇ। ਕੰਗਣਾ ਦੀ ਵੀ ਆਈਡੀ ਬਲੌਕ ਕਰਤੀ ਪੰਜਾਬੀਆਂ ਨੇ, ਤੇ ਜਿਹੜੀ ਇੱਕ ਹੋਰ ਕੁੜੀ ਬੋਲਦੀ ਸੀ ਪਾਇਲ, ਉਹਦੀ ਵੀ ਆਈਡੀ ਬਲੌਕ ਕਰਤੀ। ਇਹ ਸਾਡੀ ਜਿੱਤ ਹੈ, ਸਾਡੇ ਪੜ੍ਹੇ ਲਿਖੇ ਨੌਜਵਾਨ ਨੇ, ਇਹ ਸਾਡੇ ਭਰਾਵਾਂ ਦੀ ਜਿੱਤ ਹੈ। ਟਰੈਕਟਰ ਤੋਂ ਲੈ ਕੇ ਟਵਿੱਟਰ ਤੱਕ ਪਹੁੰਚੇ ਆ। ਇੱਕ ਗੱਲ ਧਿਆਨ ਨਾਲ ਸੁਣ ਲਿਓ, ਟਰੈਕਟਰ ਤੋਂ ਲੈ ਕੇ ਟਵਿੱਟਰ ਤੱਕ ਪਹੁੰਚੇ ਆ। ਅੱਜ ਪੜ੍ਹੇ ਲਿਖੇ ਆ, ਅੱਜ ਅਨਪੜ੍ਹ ਨਹੀਂ ਹੈਗੇ, ਚਾਹੇ ਇੱਥੇ ਬੈਠੇ ਆ ਚਾਹੇ ਵਿਦੇਸ਼ਾਂ 'ਚ ਬੈਠੇ ਆ। ਜ਼ਿਆਦਾ ਮੈਂ ਸਮਾਂ ਨਹੀਂ ਲੈਂਦਾ, ਤੁਹਾਡੇ ਤੋਂ ਆਗਿਆ ਚਾਹੂੰਗਾ। ਇਹੀ ਕਾਮਨਾ ਕਰਦਾ ਕਿ ਅੱਜ ਦੀ ਭੁੱਖ ਹੜਤਾਲ ਹੈ ਜਿਹੜੀ ਅਸੀਂ ਤਹਿ ਦਿਲ ਤੋਂ ਧੰਨਵਾਦੀਆਂ ਜਥੇਬੰਦੀਆਂ ਦੇ ਇੱਕ ਸੁਮੇਲ ਬਣਿਆ ਹੋਇਆ। ਸਾਡੀ ਜਿੱਥੇ ਵੀ ਡਿਊਟੀ ਲਾਉਂਦੇ ਨੇ ਅਸੀਂ ਉੱਥੇ ਜਾਂਦੇ ਆ, ਆਪਦਾ ਫਰਜ਼ ਸਮਝਦੇ ਹੋਏ, ਸਾਡਾ ਨਿੱਜੀ ਫਰਜ਼ ਹੈ। ਕੋਈ ਇੱਥੇ ਕੋਈ ਕਿਸੇ ਲਈ ਨਹੀਂ ਆਇਆ, ਮੈਂ ਆਪਦੇ ਖੇਤਾਂ ਲਈ ਆਇਆ, ਆਪਦੇ ਭੁੱਖ ਲਈ ਆਇਆ, ਕਿਉਂਕਿ ਪੰਜਾਬੀ ਨੇ ਜਿਹੜਾ ਹਮੇਸ਼ਾ ਚੜ੍ਹਦੀ ਕਲਾ ਦਾ ਸੰਕੇਤ ਦੁਨੀਆ 'ਚ ਦਿੰਦੇ ਨੇ। ਜਿੱਥੇ ਵੀ ਸਾਡੇ ਨਿਸ਼ਾਨ ਝੂਲਦੇ ਨੇ, ਸਾਡੇ ਚੜ੍ਹਦੀ ਕਲਾ ਦੇ ਨਿਸ਼ਾਨ ਝੂਲਦੇ ਨੇ। ਕਿਤੇ ਕੱਲ ਨੂੰ ਕੋਈ ਪੰਜਾਬ ਲਈ ਜਾਂ ਕਿਸਾਨਾਂ ਲਈ ਇਹ ਨਾ ਕਹੇ ਵੀ ਮੋਦੀ ਦੀ ਗਵਰਨਮੈਂਟ ਆਈ ਸੀ ਤੇ ਕਿਸਾਨਾਂ ਦੇ ਬਿੱਲ ਪਾਏ ਤੇ ਪੰਜਾਬ ਬੋਲਿਆ ਹੀ ਨਹੀਂ, ਉਹ ਲੈ ਕੇ ਆਪਦੇ ਘਰੇ ਕਾਰਪੋਰੇਟ ਅਡਾਨੀਆਂ ਨੂੰ ਦੇਤੇ। ਇਹ ਇੰਨਾ ਸੌਖਾ ਪ੍ਰੋਸੈਸ ਨਹੀਂ ਹੈਗਾ, ਨਾ ਅਸੀਂ ਇਹ ਕਦੇ ਹੋਣ ਦੇਵਾਂਗੇ। ਸੋ ਮੈਂ ਤੁਹਾਡੇ ਤੋਂ ਇੰਨੀਆਂ ਕੁ ਬੇਨਤੀਆਂ ਕਰਨਾ ਆਇਆ ਸੀਗਾ। ਤੇ ਨੌਜਵਾਨ ਵੀਰਾਂ ਨੂੰ ਮੈਂ ਇੱਕ ਬੇਨਤੀ ਹੋਰ ਕਰਨੀ ਹੈ ਕਿ ਉਹ ਅਨੁਸ਼ਾਸਨ ਦਾ ਖਾਸ ਕਰਕੇ ਖਿਆਲ ਰੱਖਣਾ ਹੈ। ਜਥੇਬੰਦੀਆਂ ਵੱਲੋਂ ਹੁਕਮ ਆਇਆ ਕਿ
ਥੋੜਾ ਜਿਹਾ ਗਰੇਜ ਕਰਨਾ ਹੈ ਕਿ ਠੀਕ ਹੈ ਆਪਾਂ ਇੱਕ ਸੰਘਰਸ਼ ਦਾ ਹਿੱਸਾ ਬਣੇ ਹੋਏ ਆ, ਵਿਦਰੋਹ ਕਰਨ ਆਏ ਹੋਏ ਆ, ਸਾਨੂੰ ਚਾਹ ਹੈ, ਅਸੀਂ ਇਹਨੂੰ ਵੀ ਵਿਆਹ ਜਿਵੇਂ ਲਿਆ ਹੋਇਆ, ਪਰ ਥੋੜਾ ਡਿਸਪਲਿਨ ਦਾ ਖਿਆਲ ਰੱਖਣਾ। ਜਿੰਨੇ ਸਾਡੇ ਬਜ਼ੁਰਗ ਨੇ ਟਰਾਲੀਆਂ 'ਚ ਬੈਠੇ ਨੇ ਉਹਨਾਂ ਨੂੰ ਟਾਈਮ ਨਾਲ ਗੱਦੇ ਗੁੱਦੇ ਦੇ ਕੇ ਕੰਬਲ ਦੇ ਕੇ ਪਾ ਦਿਆ ਕਰੋ, ਕਿਉਂਕਿ ਠੰਡ ਦੇ ਦਿਨ ਨੇ। ਵੈਸੇ ਤਾਂ ਸਾਡੇ ਬਾਪੂ ਤਕੜੇ ਨੇ, ਬਜ਼ੁਰਗ ਅੱਜ ਕੱਲ੍ਹ ਕਹਾਉਂਦੇ ਨਹੀਂ ਹੈਗੇ ਵੀ ਅਸੀਂ ਬਜ਼ੁਰਗਾਂ, ਨੌਜਵਾਨਾਂ ਤੋਂ ਵੀ ਉੱਤੇ ਜੀ ਪੈਂਦੇ ਨੇ ਭਾਰੀ। ਨੌਜਵਾਨਾਂ ਨੂੰ ਕਹਿੰਦੇ ਨੇ ਵੀ ਦੱਸੋ ਜੇ ਕੋਈ ਚਾਹੀਦਾ, ਅਸੀਂ ਟਰਾਲੀ 'ਚੋਂ ਗੇੜਾ ਕੱਢੇ ਆਉਂਦੇ ਆ, ਤੁਸੀਂ ਬੈਠੋ। ਇਹ ਵੱਡੀ ਪ੍ਰਾਪਤੀ ਹੈ। ਸਾਡੀਆਂ ਭੈਣਾਂ, ਇੱਕ ਤਾੜੀ ਸਾਡੀਆਂ ਭੈਣਾਂ ਲਈ ਲਾ ਦਿਓ। ਸਾਡੀਆਂ ਮਾਵਾਂ ਇੱਥੇ ਬੈਠੀਆਂ ਨੇ, ਸਾਰੇ ਸਮੂਹ, ਇੱਕ ਤਸਵੀਰ ਦੁਨੀਆ ਦੇ ਸਾਹਮਣੇ ਬਹੁਤ ਖੂਬਸੂਰਤ ਜਾ ਰਹੀ ਹੈ। ਇਹ ਇਕੱਲੇ ਭਾਰਤ ਦਾ ਸੰਘਰਸ਼ ਨਹੀਂ, ਇਹ ਪੂਰੀ ਦੁਨੀਆ ਦਾ ਸੰਘਰਸ਼ ਬਣਿਆ ਹੋਇਆ। ਹੁਣ ਪੂਰੀ ਦੁਨੀਆ ਦੀ ਅੱਖ ਹੈ ਇਹਦੇ ਤੇ। BBC ਨਿਊਜ਼ ਲਗਾਤਾਰ ਕਵਰੇਜ ਕਰ ਰਿਹਾ, ਕੈਨੇਡਾ ਅਮਰੀਕਾ ਦਾ ਮੀਡੀਆ ਲਗਾਤਾਰ ਕਵਰੇਜ ਕਰ ਰਿਹਾ ਕਿ ਕੀ ਬਣੂਗਾ। ਸੋ ਭਰੋਸਾ ਰੱਖਿਓ, ਆਪਣੇ ਆਪ ਤੇ ਯਕੀਨ ਰੱਖਿਓ, ਜਿੱਤ ਕੇ ਜਾਵਾਂਗੇ। ਜਿੱਤਣ ਵਾਸਤੇ ਹੀ ਆਏ ਆ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।